हेलो स्टूडेंट्स, वेलकम टू हिस्ट्री क्लास। ਅੱਜ ਦੀ ਕਲਾਸ ਵਿੱਚ ਅਸੀਂ ਯੂਨਿਟ ਫਸਟ ਦਾ ਛਠਾ ਕੁਐਸਚਨ ਸ਼ੁਰੂ ਕਰਾਂਗੇ। ਅੱਜ ਦਾ ਕੁਐਸਚਨ ਹੈ ਲਾਰਡ ਡਲਹੌਜੀ ਦੇ ਮਹੱਤਵਪੂਰਨ ਸੁਧਾਰਾਂ ਦੀ ਚਰਚਾ ਕਰੋ। ਲਾਰਡ ਡਲਹੌਜੀ ਭਾਰਤ ਵਿੱਚ ਆਏ ਸਾਰੇ ਗਵਰਨਰ ਜਨਰਲਾਂ ਵਿੱਚੋਂ ਸਭ ਤੋਂ ਵੱਡਾ ਸਾਮਰਾਜਵਾਦੀ ਸੀ। ਉਹ 1848 ਈਸਵੀ ਤੋਂ ਲੈ ਕੇ 1856 ਈਸਵੀ ਤੱਕ ਭਾਰਤ ਦਾ ਗਵਰਨਰ ਜਨਰਲ ਰਿਹਾ ਸੀ। ਉਸ ਦਾ ਸ਼ਾਸਨਕਾਲ ਭਾਰਤ ਵਿੱਚ ਬ੍ਰਿਟਿਸ਼ ਸਾਮਰਾਜ ਦੇ ਵਿਸਤਾਰ ਅਤੇ ਅਨੇਕ ਪ੍ਰਕਾਰ ਦੇ ਸੁਧਾਰਾਂ ਦੇ ਲਈ ਪ੍ਰਸਿੱਧ ਹੈ। ਉਸਨੇ ਭਾਰਤ ਵਿੱਚ ਰੇਲ ਪਰਿਵਹਨ ਸ਼ੁਰੂ ਕੀਤਾ। ਉਸ ਦੇ ਦੁਆਰਾ ਸ਼ੁਰੂ ਕੀਤੀ ਗਈ ਡਾਕ ਤਾਰ ਪ੍ਰਣਾਲੀ ਅੱਜ ਵੀ ਭਾਰਤੀ ਜਨਜੀਵਨ ਦਾ ਮਹੱਤਵਪੂਰਨ ਅੰਗ ਹੈ। ਇਸ ਤੋਂ ਇਲਾਵਾ ਸਿੱਖਿਆ ਪ੍ਰਣਾਲੀ ਦੀ ਆਧਾਰਸ਼ਿਲਾ ਵੀ ਉਸਨੇ ਹੀ ਰੱਖੀ। ਉਸਨੇ ਲਗਭਗ ਹਰ ਖੇਤਰ ਵਿੱਚ ਕੁਝ ਨਾ ਕੁਝ ਸੁਧਾਰ ਕੀਤੇ। ਉਸ ਦੇ ਦੁਆਰਾ ਕੀਤੇ ਗਏ ਮਹੱਤਵਪੂਰਨ ਸੁਧਾਰਾਂ ਨੂੰ ਅਸੀਂ ਕੁਝ ਪੁਆਇੰਟਾਂ ਦੇ ਵਿੱਚ ਬਣ ਕੇ ਸਮਝਾਂਗੇ। ਅੱਜ ਪਹਿਲਾ ਪੁਆਇੰਟ ਹੈ ਸਾਡਾ ਪ੍ਰਸ਼ਾਸਨਿਕ ਸੁਧਾਰ। ਉਸਨੇ ਪ੍ਰਸ਼ਾਸਨਿਕ ਸੁਧਾਰ ਵਿੱਚ ਸ਼ਾਸਨ ਕਾਰਜਾਂ ਦਾ ਵਿਭਾਜਨ ਕੀਤਾ। ਡਲਹੌਜੀ ਨੇ ਭਾਰਤ ਵਿੱਚ ਆਧੁਨਿਕ ਸ਼ਾਸਨ ਪ੍ਰਣਾਲੀ ਦਾ ਪ੍ਰਾਰੰਭ ਕੀਤਾ। ਉਸਨੇ ਸ਼ਾਸਨ ਨੂੰ ਠੀਕ ਢੰਗ ਨਾਲ ਚਲਾਉਣ ਦੇ ਲਈ ਪੁਰਾਣੇ ਵਿਭਾਗਾਂ ਵਿੱਚ ਸੁਧਾਰ ਕੀਤਾ ਅਤੇ ਨਵੇਂ ਵਿਭਾਗਾਂ ਦੀ ਸਥਾਪਨਾ ਕੀਤੀ। ਉਦਾਹਰਨ ਦੇ ਲਈ ਉਸਨੇ ਸਾਰਵਜਨਿਕ ਸੇਵਾ ਵਿਭਾਗ ਅਤੇ ਰੇਲ ਵਿਭਾਗ ਜਿਹੋ ਜਿਹੇ ਨਵੇਂ ਵਿਭਾਗਾਂ ਦੀ ਸਥਾਪਨਾ ਕੀਤੀ ਸੀ। ਇਸ ਤੋਂ ਇਲਾਵਾ ਉਸਨੇ ਇਹਨਾਂ ਵਿਭਾਗਾਂ ਦਾ ਕਾਰਜ ਖੇਤਰ ਵੀ ਨਿਰਧਾਰਿਤ ਕੀਤਾ। ਸਿੱਟੇ ਵਜੋਂ ਡਲਹੌਜੀ ਦੇ ਸ਼ਾਸਨਕਾਲ ਵਿੱਚ ਪ੍ਰਸ਼ਾਸਨਿਕ ਢਾਂਚੇ ਵਿੱਚ ਜ਼ਬਰਦਸਤ ਬਦਲਾਵ ਹੋਇਆ ਸੀ। ਅਗਲਾ ਪੁਆਇੰਟ ਹੈ ਬੰਗਾਲ ਵਿੱਚ ਲੈਫਟੀਨੈਂਟ ਗਵਰਨਰ ਦੀ ਨਿਯੁਕਤੀ। ਡਲਹੌਜੀ ਨੂੰ ਬ੍ਰਿਟਿਸ਼ ਭਾਰਤ ਦੇ ਗਵਰਨਰ ਜਨਰਲ ਦੇ ਰੂਪ ਵਿੱਚ ਬੰਗਾਲ ਦੇ ਗਵਰਨਰ ਦਾ ਕੰਮ ਵੀ ਸੰਭਾਲਣਾ ਪੈਂਦਾ ਸੀ। ਇਹ ਵਿਵਸਥਾ ਬੜੀ ਹੀ त्रुटिपूर्ण यानी कि इस व्यवस्था ਵਿੱਚ बड़ी कमी सी। ਇਸ ਦਾ परिणाम ਇਹ ਹੋਇਆ कि ਬੰਗਾਲ ਦੀ शासन व्यवस्था बहुत खराब हो गई। ਇਸ ਪ੍ਰਸ਼ਾਸਨ ਤੋਂ ਸੰਬੰਧਿਤ ਦੋਸ਼ ਨੂੰ ਦੂਰ ਕਰਨ ਦੇ ਲਈ ਡਲਹੌਜੀ ਨੇ ਬੰਗਾਲ ਵਿੱਚ ਲੈਫਟੀਨੈਂਟ ਗਵਰਨਰ ਦੀ ਨਿਯੁਕਤੀ ਕੀਤੀ। ਬੰਗਾਲ ਦਾ ਲੈਫਟੀਨੈਂਟ ਗਵਰਨਰ ਬ੍ਰਿਟਿਸ਼ ਭਾਰਤ ਦੇ ਪ੍ਰਤੀ ਜ਼ਿੰਮੇਦਾਰ ਹੁੰਦਾ ਸੀ। ਸਿੱਟੇ ਵਜੋਂ ਬੰਗਾਲ ਦੇ ਪ੍ਰਸ਼ਾਸਨਿਕ ਢਾਂਚੇ ਵਿੱਚ ਸੁਧਾਰ ਹੋਇਆ। ਅਗਲਾ ਪੁਆਇੰਟ ਹੈ ਨਾਨ ਰੈਗੂਲੇਸ਼ਨ ਸਿਸਟਮ। ਡਲਹੌਜੀ ਦੇ ਸਮੇਂ ਭਾਰਤ ਵਿੱਚ ਅੰਗਰੇਜ਼ੀ ਰਾਜ ਦਾ ਖੇਤਰ ਬਹੁਤ ਵਿਸਤ੍ਰਿਤ ਜਾਂ ਫੈਲ ਗਿਆ ਸੀ। ਪੂਰੇ ਖੇਤਰ 'ਤੇ ਸਿੱਧਾ ਸ਼ਾਸਨ ਕਰਨਾ ਗਵਰਨਰ ਜਨਰਲ ਦੇ ਲਈ ਬੜਾ ਔਖਾ ਸੀ ਅਤੇ ਲਾਰਡ ਡਲਹੌਜੀ ਨੇ ਨਵੇਂ ਜਿੱਤੇ ਪ੍ਰਦੇਸ਼ਾਂ ਜਿਵੇਂ ਕਿ ਪੰਜਾਬ, ਮੱਧ ਪ੍ਰਦੇਸ਼, ਅਵਧ ਅਤੇ ਬਰਮਾ ਵਿੱਚ ਵਿਸ਼ੇਸ਼ ਪ੍ਰਸ਼ਾਸਨਿਕ ਵਿਵਸਥਾ ਸਥਾਪਿਤ ਕੀਤੀ। ਇਸੇ ਵਿਵਸਥਾ ਨੂੰ ਨਾਨ ਰੈਗੂਲੇਸ਼ਨ ਸਿਸਟਮ ਕਿਹਾ ਜਾਂਦਾ ਹੈ। ਇਸ ਵਿਵਸਥਾ ਦੇ ਅਨੁਸਾਰ ਹਰ ਪ੍ਰਾਂਤ ਨੂੰ ਇੱਕ ਚੀਫ ਕਮਿਸ਼ਨਰ ਦੇ ਅਧੀਨ ਕਰ ਦਿੱਤਾ ਗਿਆ। ਇਹ ਚੀਫ ਕਮਿਸ਼ਨਰ ਆਪਣੇ ਕਾਰਜਾਂ ਦੇ ਲਈ ਗਵਰਨਰ ਜਨਰਲ ਅਤੇ ਉਸ ਦੀ ਪਰਿਸ਼ਦ ਦੇ ਪ੍ਰਤੀ ਜ਼ਿੰਮੇਦਾਰ ਸੀ। ਇਹ ਪद्धति ਬਹੁਤ ਉਪਯੋਗੀ ਸਿੱਧ ਹੋਈ। ਅਗਲਾ ਪੁਆਇੰਟ ਹੈ ਜ਼ਿਲ੍ਹਾ ਮੈਜਿਸਟ੍ਰੇਟ ਦੇ ਅਧਿਕਾਰਾਂ ਵਿੱਚ ਵਾਧਾ। ਲਾਰਡ ਡਲਹੌਜੀ ਨੇ ਜ਼ਿਲ੍ਹਾ ਮੈਜਿਸਟ੍ਰੇਟ ਦਾ ਕਾਰਜ ਖੇਤਰ ਵੀ ਵਧਾ ਦਿੱਤਾ। ਜ਼ਿਲ੍ਹਾ ਮੈਜਿਸਟ੍ਰੇਟ ਨੂੰ ਪ੍ਰਸ਼ਾਸਨ, ਰਾਜਸਵ ਅਤੇ ਨਿਆਂ ਸੰਬੰਧੀ ਸਾਰੇ ਅਧਿਕਾਰ ਦੇ ਦਿੱਤੇ ਗਏ, ਪਰੰਤੂ ਡਲਹੌਜੀ ਦਾ ਇਹ ਕਾਰਜ ਅਧਿਕਾਰ ਵਿਭਾਜਨ ਦਾ ਸਿਧਾਂਤ ਬਹੁਤ ਹੀ ਗਲਤ ਸਿੱਧ ਹੋਇਆ। ਇਸ ਦਾ ਕਾਰਨ ਇਹ ਸੀ ਕਿ ਜ਼ਿਲ੍ਹਾ ਮੈਜਿਸਟ੍ਰੇਟ ਦੇ ਕਾਰਜਾਂ ਦਾ ਨਿਰੀਖਣ ਕਰਨ ਦੇ ਲਈ ਗਵਰਨਰ ਜਨਰਲ ਤੋਂ ਇਲਾਵਾ ਹੋਰ ਕੋਈ ਵੀ ਅਧਿਕਾਰੀ ਨਹੀਂ ਸੀ। ਉਹ ਸਿੱਧਾ ਉਸੇ ਦੇ ਪ੍ਰਤੀ ਜ਼ਿੰਮੇਦਾਰ ਹੁੰਦਾ ਸੀ, ਪਰੰਤੂ ਗਵਰਨਰ ਜਨਰਲ ਦੇ ਕੋਲ ਇੰਨਾ ਟਾਈਮ ਨਹੀਂ ਸੀ ਕਿ ਉਹ ਉਸ ਦੇ ਕਾਰਜਾਂ ਦੀ ਸਹੀ ਢੰਗ ਨਾਲ ਦੇਖ-ਰੇਖ ਕਰ ਸਕੇ। ਸਿੱਟੇ ਵਜੋਂ ਜ਼ਿਲ੍ਹੇ ਦਾ ਸ਼ਾਸਨ ਪ੍ਰਬੰਧ ਵਿਗੜ ਗਿਆ। ਲਾਰਡ ਡਲਹੌਜੀ ਦੇ ਦੂਜੇ ਸੁਧਾਰ ਦੇ ਰੂਪ ਵਿੱਚ ਅਸੀਂ ਸੰਚਾਰ ਸਾਧਨਾਂ ਦੇ ਸੁਧਾਰਾਂ ਦੀ ਗੱਲ ਕਰਾਂਗੇ। ਇਸ ਵਿੱਚ ਪਹਿਲਾ ਹੈ ਰੇਲ ਵਿਭਾਗ ਦੀ ਸਥਾਪਨਾ।
ਲਾਰਡ ਡਲਹੌਜੀ ਦਾ ਭਾਰਤ ਵਿੱਚ ਸਭ ਤੋਂ ਮਹੱਤਵਪੂਰਨ ਕਾਰਜ ਰੇਲ ਵਿਭਾਗ ਨੂੰ ਸਥਾਪਿਤ ਕਰਨਾ ਸੀ। ਇਹ ਕੁਐਸਚਨ ਛੋਟਾ ਪੁੱਛਿਆ ਜਾਂਦਾ ਹੈ, ਇੰਪੋਰਟੈਂਟ ਹੈ। ਭਾਰਤ ਵਿੱਚ ਰੇਲਾਂ ਦਾ ਨਿਰਮਾਣ ਉਸੇ ਦੇ ਕਾਲ ਵਿੱਚ ਹੀ ਸ਼ੁਰੂ ਹੋਇਆ ਸੀ। ਭਾਰਤ ਸਰਕਾਰ ਨੂੰ ਉਸ ਤੋਂ ਪਹਿਲਾਂ ਆਵਾਜਾਈ ਵਿੱਚ ਬਹੁਤ ਕਠਿਨਾਈਆਂ ਦਾ ਸਾਹਮਣਾ ਕਰਨਾ ਪੈਂਦਾ ਸੀ। ਸੈਨਾ ਨੂੰ ਇੱਕ ਸਥਾਨ ਤੋਂ ਦੂਜੇ ਸਥਾਨ ਤੱਕ ਲੈ ਜਾਣ ਵਿੱਚ ਬਹੁਤ ਦੇਰ ਲੱਗਦੀ ਸੀ। ਅਜਿਹੀ ਸਥਿਤੀ ਵਿੱਚ ਭਾਰਤ ਜਿਹੋ ਜਿਹੇ ਵਿਸ਼ਾਲ ਦੇਸ਼ ਵਿੱਚ ਸ਼ਾਂਤੀ ਅਤੇ ਵਿਵਸਥਾ ਬਣਾ ਕੇ ਰੱਖਣਾ ਬਹੁਤ ਮੁਸ਼ਕਿਲ ਸੀ। ਐਸੇ ਕਾਰਨ ਤੋਂ ਡਲਹੌਜੀ ਨੇ ਭਾਰਤ ਵਿੱਚ ਰੇਲਾਂ ਦਾ ਜਾਲ ਵਿਛਾ ਦਿੱਤਾ। 1853 ਈਸਵੀ ਵਿੱਚ ਬੰਬਈ ਅਤੇ ਠਾਣੇ ਦੇ ਵਿੱਚ ਪਹਿਲੀ ਰੇਲ ਚਲਾਈ ਗਈ। ਇਹ ਕੁਐਸਚਨ ਵੀ ਇੰਪੋਰਟੈਂਟ ਹੈ, ਪੁੱਛਿਆ ਜਾਂਦਾ ਹੈ 2 ਨੰਬਰ ਦੇ ਲਈ। ਰੇਲਾਂ ਦੇ ਚੱਲਣ ਨਾਲ ਸਰਕਾਰ ਅਤੇ ਜਨਤਾ ਨੂੰ ਬਹੁਤ ਲਾਭ ਪਹੁੰਚੇ। ਦੇਸ਼ ਵਿੱਚ ਸ਼ਾਂਤੀ ਅਤੇ ਸੁਰੱਖਿਆ ਬਣਾ ਕੇ ਰੱਖਣਾ ਆਸਾਨ ਹੋ ਗਿਆ। ਇਸ ਤੋਂ ਇਲਾਵਾ ਵੱਖ-ਵੱਖ ਧਰਮਾਂ ਅਤੇ ਜਾਤੀਆਂ ਦੇ ਲੋਕ ਇੱਕ ਨਾਲ ਯਾਤਰਾ ਕਰਨ ਲੱਗ ਪਏ। ਸਿੱਟੇ ਵਜੋਂ ਦੇਸ਼ ਵਿੱਚ ਸਮਾਜਿਕ ਏਕਤਾ ਵਧਣ ਲੱਗ ਪਈ। ਕਿੰਨਾ ਇੰਪੋਰਟੈਂਟ ਪੁਆਇੰਟ ਹੈ ਕਿ ਰੇਲਵੇ ਦੇ ਨਾਲ ਸਮਾਜਿਕ ਏਕਤਾ ਵਿੱਚ ਵਾਧਾ ਹੋਇਆ। ਨੰਬਰ 2 ਹੈ ਡਾਕ ਅਤੇ ਤਾਰ ਵਿਭਾਗ ਦੀ ਸਥਾਪਨਾ। ਆਵਾਜਾਈ ਦੇ ਸਾਧਨਾਂ ਵਿੱਚ ਸੁਧਾਰ ਤੋਂ ਇਲਾਵਾ ਲਾਰਡ ਡਲਹੌਜੀ ਨੇ ਸੰਚਾਰ ਦੇ ਸਾਧਨਾਂ ਵਿੱਚ ਵੀ ਜ਼ਬਰਦਸਤ ਸੁਧਾਰ ਕੀਤੇ। ਭਾਰਤ ਵਿੱਚ ਆਧੁਨਿਕ ਢੰਗ ਨਾਲ ਡਾਕ ਤਾਰ ਵਿਵਸਥਾ ਜਾਰੀ ਕਰਨ ਦਾ ਮਾਣ ਡਲਹੌਜੀ ਨੂੰ ਹੀ ਪ੍ਰਾਪਤ ਹੈ। ਡਲਹੌਜੀ ਤੋਂ ਪਹਿਲਾਂ ਪੱਤਰ ਜਾਂ ਚਿੱਠੀ ਦਾ ਖਰਚ ਭੇਜਣ ਵਾਲੇ ਤੋਂ ਨਹੀਂ ਬਲਕਿ ਪ੍ਰਾਪਤ ਕਰਨ ਵਾਲੇ ਤੋਂ ਲਿੱਤਾ ਜਾਂਦਾ ਸੀ। ਪੱਤਰ ਦੀ ਫੀਸ ਵੀ ਇੱਕ ਸਮਾਨ ਨਹੀਂ ਸੀ। ਲਾਰਡ ਡਲਹੌਜੀ ਨੇ ਇਹਨਾਂ ਸਾਰੇ ਦੋਸ਼ਾਂ ਨੂੰ ਦੂਰ ਕੀਤਾ। ਉਸਨੇ ਪੋਸਟ ਕਾਰਡ ਪ੍ਰਚਲਿਤ ਕੀਤੇ। ਇਹ ਪੋਸਟ ਕਾਰਡ ਭਾਰਤ ਦੇ ਇੱਕ ਸਥਾਨ ਤੋਂ ਦੂਜੇ ਸਥਾਨ 'ਤੇ ਭੇਜੇ ਜਾ ਸਕਦੇ ਸਨ। ਇਸ ਕੰਮ ਤੋਂ ਸਰਕਾਰ ਦੇ ਲਈ ਆਪਣੀਆਂ ਸੂਚਨਾਵਾਂ ਵੱਖ-ਵੱਖ ਭਾਗਾਂ ਵਿੱਚ ਭੇਜਣਾ ਆਸਾਨ ਹੋ ਗਿਆ। ਇਸ ਤੋਂ ਇਲਾਵਾ ਜਨਤਾ ਨੂੰ ਵੀ ਅਨੇਕ ਸੁਵਿਧਾਵਾਂ ਪ੍ਰਾਪਤ ਹੋਈਆਂ। ਲਾਰਡ ਡਲਹੌਜੀ ਦੇ ਸ਼ਾਸਨ ਕਾਲ ਵਿੱਚ ਹੀ ਆਧੁਨਿਕ ਢੰਗ ਦੇ ਡਾਕਖਾਨਿਆਂ ਦਾ ਨਿਰਮਾਣ ਕੀਤਾ ਗਿਆ। ਤਾਰ ਵਿਭਾਗ ਦੀ ਸਥਾਪਨਾ ਦਾ ਮਾਣ ਵੀ ਡਲਹੌਜੀ ਨੂੰ ਹੀ ਪ੍ਰਾਪਤ ਹੈ। 1853 ਈਸਵੀ ਵਿੱਚ ਸਭ ਤੋਂ ਪਹਿਲੀ ਤਾਰ ਲਾਈਨ ਕਲਕੱਤੇ ਤੋਂ ਆਗਰਾ ਤੱਕ ਸਥਾਪਿਤ ਕੀਤੀ ਗਈ ਸੀ। ਜਲਦੀ ਹੀ ਇਸ ਤਾਰ ਸੇਵਾ ਦਾ ਪ੍ਰਸਾਰ ਪੇਸ਼ਾਵਰ ਤੱਕ ਕਰ ਦਿੱਤਾ ਗਿਆ ਸੀ। ਸਟੂਡੈਂਟਸ, ਅੱਜ ਦੀ ਕਲਾਸ ਵਿੱਚ ਇੰਨਾ ਹੀ। ਕੱਲ੍ਹ ਅਸੀਂ ਇਸ ਪ੍ਰਸ਼ਨ ਨੂੰ ਅੱਗੇ ਜਾਰੀ ਰੱਖਾਂਗੇ। ਉਮੀਦ ਕਰਦਾ ਕਿ ਇਹ ਕੱਲ੍ਹ ਕੁਐਸਚਨ ਪੂਰਾ ਵੀ ਹੋ ਜਾਊਗਾ। ਬਹੁਤ ਬਹੁਤ ਧੰਨਵਾਦ।